बिस्मिल्लाहिर्रहमानिर्रहीम। शुरू अल्लाह के नाम से जो बड़ा मेहरबान निहायत रहम वाला है। अस्सलाम वालेकुम प्यारे दोस्तों, कैसे हैं आप सब? उम्मीद करती हूँ ठीक होंगे। अच्छा जी, ਅੱਜ ਮੈਂ ਕੁਝ ਗਮਲਿਆਂ ਦੀ ਕੱਲ ਪੋਟਿੰਗ ਕੀਤੀ ਸੀ ਤੇ ਜਿਹੜੇ ਮੇਰੇ ਬਾਕੀ ਗਮਲੇ ਰਹਿ ਗਏ ਸੀ ਉਹਨਾਂ ਦੀ ਮੈਂ ਅੱਜ ਪੋਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਗਮਲਿਆਂ ਸ਼ਿਫਟ ਕੀਤਾ, ਕਿਹੜੀ ਮਿੱਟੀ ਪਾਈ ਹੈ ਤੇ ਕਿਹੜੀ ਨਹੀਂ ਪਾਈ ਤੇ ਕਿਸ ਮੌਸਮ 'ਚ ਆ ਕੇ ਇਹਨਾਂ ਨੂੰ ਸ਼ਿਫਟਿੰਗ ਕਰਨਾ ਹੈ। ਮੈਂ ਤੁਹਾਨੂੰ ਕੱਲ ਵੀ ਦੱਸਿਆ ਕਿ ਮੌਨਸੂਨ ਦੀਆਂ ਬਾਰਿਸ਼ਾਂ ਜੈਸੇ ਹੀ ਸ਼ੁਰੂ ਹੋਣ, ਕੋਸ਼ਿਸ਼ ਕਰੋ ਕਿ ਉਹਨਾਂ ਤੋਂ ਪਹਿਲੇ ਹੀ ਨਾ ਜਾਂ ਫਿਰ ਇੱਕ ਬਾਰਿਸ਼ ਹੋ ਵੀ ਜਾਵੇ ਤਾਂ ਕੋਈ ਹਰਜ ਨਹੀਂ ਹੈ। ਲੇਕਿਨ ਮੌਨਸੂਨ 'ਚ ਤੁਸੀਂ ਲਾਜ਼ਮੀ ਜਿੰਨੇ ਵੀ ਤੁਹਾਡੇ ਪੌਦੇ ਨੇ ਜਿਨ੍ਹਾਂ ਨੂੰ ਤੁਸੀਂ ਸ਼ਿਫਟਿੰਗ ਕਰਨਾ ਚਾਹੋ, ਯਾਨੀ ਕਿ ਜਿਹੜੇ ਵੱਡੇ ਪੌਦੇ ਨੇ ਉਹਨਾਂ ਨੂੰ ਵੱਡੇ ਗਮਲਿਆਂ 'ਚ ਲਗਾਉਣਾ ਚਾਹੋ, ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ। ਪੁਰਾਣੇ ਪੌਦਿਆਂ ਨੂੰ ਵੀ ਨਵੇਂ ਗਮਲਿਆਂ ਸ਼ਿਫਟ ਕਰ ਸਕਦੇ ਹੋ। ਜਿਹੜੇ ਤੁਹਾਡੇ ਟੁੱਟੇ ਫੁੱਟੇ ਗਮਲੇ ਆ ਉਹਨਾਂ ਨੂੰ ਵੀ ਤੁਸੀਂ ਸ਼ਿਫਟਿੰਗ 'ਚ ਕਰ ਸਕਦੇ ਹੋ, ਕਿਉਂਕਿ ਇਹ ਮੌਸਮ ਬਹੁਤ ਹੀ ਅੱਛਾ ਹੈ ਪੌਦਿਆਂ ਵਾਸਤੇ। ਤੇ ਇਹਨਾਂ 'ਚ ਤੁਸੀਂ ਜਿਸ ਤਰ੍ਹਾਂ ਮਰਜ਼ੀ ਸ਼ਿਫਟਿੰਗ ਕਰੋ, ਤੁਹਾਡਾ ਪੌਦਾ ਖਰਾਬ ਨਹੀਂ ਹੋਏਗਾ। ਤੇ ਆਸਤਾ ਆਸਤਾ ਇਸੇ ਤਰ੍ਹਾਂ ਨਾਲ ਤੁਸੀਂ ਆਪਣੇ ਸਾਰੇ ਪੌਦੇ ਗਮਲੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਸ਼ਿਫਟਿੰਗ 'ਚ ਕਰ ਸਕਦੇ ਹੋ ਆਸਾਨੀ ਨਾਲ। ਪੂਰਾ ਮਹੀਨਾ ਪਿਆ ਮੌਨਸੂਨ ਦਾ ਤੇ ਅਗਲਾ ਮਹੀਨਾ ਵੀ ਪਿਆ, ਲੇਕਿਨ ਤੁਸੀਂ ਕੋਸ਼ਿਸ਼ ਕਰੋ ਕਿ ਬਰਸਾਤ ਦੇ ਮੌਸਮ ਤੱਕ ਨਾ ਤੁਸੀਂ ਇਹਨਾਂ ਦੀ ਸ਼ਿਫਟਿੰਗ ਕਰ ਲਓ। ਤੇ ਖਾਦ ਵਗੈਰਾ ਜਿਹੜੀ ਤੁਸੀਂ ਪਾਣੀ ਹੈ ਹੁਣ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਆਸਾਨੀ ਨਾਲ। ਤੇ ਮੇਰੇ ਵੀ ਕਾਫੀ ਸਾਰੇ ਜਿਹੜੇ ਪੌਦੇ ਸੀ ਮੈਂ ਨਵੇਂ ਲਿਆਂਦੇ ਸੀ, ਕੁਝ ਨੂੰ ਮੈਂ ਇੰਝ ਹੀ ਰੱਖ ਦਿੱਤਾ ਸੀ। ਮੈਂ ਕਿਹਾ ਚਲੋ ਕੁਝ ਦਿਨ ਨਾ ਪਏ ਰਹਿਣ, ਤੇ ਕਿਉਂਕਿ ਇਹਨਾਂ ਤੇ ਵੀ ਬਹੁਤ ਅਸਰ ਹੁੰਦਾ। ਜਿਵੇਂ ਅਸੀਂ ਇੱਕ ਨਵੀਂ ਜਗ੍ਹਾ ਤੇ ਜਾ ਕੇ ਨਾ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਸਕਦੇ, ਇਸੇ ਤਰ੍ਹਾਂ ਪੌਦੇ ਵੀ ਨੇ ਜਿਹੜੇ ਨਵੀਂ ਜਗ੍ਹਾ ਤੇ ਜਿਹੜੇ ਆਉਂਦੇ ਨਾ, ਇਹਨਾਂ ਨੂੰ ਕੁਝ ਦਿਨ ਲੱਗਦੇ ਨੇ ਆਪਣੇ ਆਪ ਨੂੰ ਨਾ ਉਸ ਮੌਸਮ ਜਗ੍ਹਾ 'ਚ ਢਾਲਣ ਵਾਸਤੇ। ਉਸ ਦੂਸਰੇ ਜ਼ਮੀਨ ਦੇ ਵਿੱਚ ਜਾਂ ਉਸ ਤੁਸੀਂ ਸਮਝੋ ਘਰ ਹੀ ਕਹਿ ਲਓ, ਘਰ ਦੇ ਵਿੱਚ ਤੁਸੀਂ ਉਹਨਾਂ ਨੂੰ ਨਾ ਕੁਛ ਅਰਸਾ ਲੱਗਦਾ ਹੈ। ਉਹਨਾਂ ਨੂੰ ਨਾ ਆਪਣੇ ਪੌਦਿਆਂ ਦੇ ਵਿੱਚੋਂ ਇੱਥੇ ਜ਼ਿਆਦਾ ਹੁੰਦੇ ਨੇ, ਇੱਥੇ ਸਾਡੇ ਕੋਲ ਕੁਝ ਕੰਮ ਹੁੰਦੇ ਨੇ, ਕੋਈ ਜ਼ਿਆਦਾ ਨਰਸਰੀ ਮੈਨ ਹੁੰਦੇ ਨੇ ਜਿਨ੍ਹਾਂ ਨੇ ਜ਼ਿਆਦਾ ਗਮਲੇ ਪੌਦਿਆਂ ਦੇ ਸ਼ੌਕ ਉਹਨਾਂ ਕੋਲ ਜ਼ਿਆਦਾ ਹੁੰਦੇ। ਮੇਰੇ ਕੋਲ ਵੀ ਕਾਫੀ ਸਾਰੇ ਸਨ, ਲੇਕਿਨ ਨਾ ਫਿਰ ਵੀ ਇਹਨਾਂ ਨੂੰ ਮੈਂ 2-3 ਦਿਨ ਇਹਨਾਂ ਰੱਖ ਦਿੱਤਾ। ਜਿਹੜੇ ਅਸੀਂ ਨਰਸਰੀ 'ਚੋਂ ਗਮਲੇ ਲੈ ਕੇ ਆਉਂਦੇ ਹਾਂ ਨਾ, ਉਹਨਾਂ ਦੀ ਜਿਹੜੀ ਮਿੱਟੀ ਹੁੰਦੀ ਨਾ ਉਹ ਚੀਕਣੀ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਪੌਦੇ ਉੱਥੇ ਕਿਵੇਂ ਤਾਜ਼ਾ ਰਹਿੰਦੇ ਨੇ ਤੇ ਮਰਦਾ ਨਹੀਂ ਹੈ, ਲੇਕਿਨ ਨਾ ਜਿਵੇਂ ਹੀ ਅਸੀਂ ਘਰ ਲਿਆਉਂਦੇ ਹਾਂ ਕੁਛ ਅਰਸੇ ਤੋਂ ਬਾਅਦ ਸਾਡਾ ਪੌਦਾ ਮਰਨਾ ਸ਼ੁਰੂ ਹੋ ਜਾਂਦਾ। ਉਹ ਸਾਡੀ ਆਪਣੀ ਗਲਤੀ ਹੁੰਦੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਨਾ ਉਹਨਾਂ ਗਮਲਿਆਂ 'ਚ ਹੀ ਰਹਿੰਦੇ ਨੇ, ਅਸੀਂ ਸ਼ਿਫਟਿੰਗ ਨਹੀਂ ਕਰਦੇ। ਤੁਸੀਂ ਭਾਵੇਂ ਉਹਨਾਂ ਗਮਲਿਆਂ 'ਚ ਲਗਾਓ, ਲੇਕਿਨ ਇੱਕ ਵਾਰੀ ਪੌਦੇ ਨੂੰ ਨਾ ਆਪਣੇ ਘਰੇਲੂ ਮਿੱਟੀ ਵਿੱਚ ਨਾ ਲਾਜ਼ਮੀ ਤੁਸੀਂ ਲਗਾਓ। ਮਿੱਟੀ ਤੁਸੀਂ ਕਿਵੇਂ ਦੀ ਲੈਣੀ ਹੈ? ਪੱਤੇ ਲੈ ਲੈਣੇ ਨੇ, ਰੇਤ ਲੈ ਲੈਣੀ ਹੈ ਤੇ ਮੱਟੀ ਲੈ ਲੈਣੀ, ਉਹਨਾਂ ਨੂੰ ਇੱਕ ਦੂਜੇ 'ਚ ਸ਼ਾਮਲ ਕਰ ਲੈਣੇ। ਪੱਤੇ ਉਹ ਤੁਸੀਂ ਥੱਲੇ ਪਾ ਲੈਣੇ ਤੇ ਜਿਹੜੀ ਮਿੱਟੀ ਤੁਸੀਂ ਰੇਤ ਮਿੱਟੀ ਇੱਕ ਕਰਨੀ ਹੈ ਨਾ, ਉਹਨਾਂ ਨੂੰ ਤੁਸੀਂ ਨਾ ਗਮਲੇ ਦੀ ਉਹ ਸਾਈਡਾਂ ਤੇ ਪਾ ਲੈਣਾ। ਪਾ ਕੇ ਤੇ ਚਾਹੋ ਤੇ ਅੱਜ ਕੱਲ੍ਹ ਜਿਹੜੇ ਬਾਕੀ ਪੌਦੇ ਨੇ ਉਹਨਾਂ ਨੂੰ ਤੁਸੀਂ ਗੋਬਰ ਦੀ ਖਾਦ ਦੇ ਸਕਦੇ ਹੋ। ਜਿਹੜੇ ਹੁਣ ਪੌਦੇ ਸ਼ਿਫਟਿੰਗ ਕਰਨੇ ਇਹਨਾਂ ਨੂੰ ਨਹੀਂ ਦੇਣੇ, ਕਿਉਂਕਿ ਇਹਨਾਂ ਦੀ ਸ਼ਿਫਟਿੰਗ ਨਵੀਂ ਹੋ ਰਹੀ ਹੈ। ਪੁਰਾਣੇ ਪੌਦਿਆਂ ਨੂੰ ਤੁਸੀਂ ਅੱਜ ਕੱਲ੍ਹ ਗੋਬਰ ਦੀ ਖਾਦ ਵਗੈਰਾ ਜਿਹੜੀ ਦੇ ਸਕਦੇ ਹੋ ਆਸਾਨੀ ਨਾਲ। ਅਸੀਂ ਜ਼ਿਆਦਾਤਰ ਗੋਬਰ ਦੀ ਦਿੰਦੇ ਹਾਂ, ਰੈਡੀਮੇਡ ਖਾਦ ਅਸੀਂ ਨਹੀਂ ਦਿੰਦੇ, ਕਮ ਦਿੰਦੇ ਹਾਂ। ਜਾਂ ਪੱਤਿਆਂ ਦੀ ਖਾਦ ਤੁਸੀਂ ਕਹਿ ਲਓ ਕਿ ਉਹ ਬਹੁਤ ਅੱਛੀ ਹੈ ਪੌਦਿਆਂ ਵਾਸਤੇ, ਉਹ ਤੁਸੀਂ ਦੇ ਸਕਦੇ ਹੋ। ਹਰ 15 ਦਿਨ ਤੋਂ ਬਾਅਦ ਤੁਸੀਂ ਦੇ ਲਓ। ਹੁਣ ਤੁਸੀਂ ਖੁਦ ਵੀ ਪੱਤੇ ਜਲਾ ਕੇ ਬਣਾ ਸਕਦੇ ਹੋ, ਨਹੀਂ ਤੇ ਤੁਹਾਨੂੰ ਕਿਸੇ ਵੀ ਨਰਸਰੀ ਤੋਂ ਨਾ ਪੈਕਟ ਮਿਲ ਜਾਏਗਾ 150 ਦਾ, 200 ਦਾ, 250 ਦਾ ਮਿਲ ਜਾਂਦਾ। ਅਗਰ ਜ਼ਿਆਦਾ ਪੌਦੇ ਤੇ ਉਹ 1-2 ਦਫਾ ਪੈ ਜਾਂਦਾ, ਵੱਡਾ ਪੈਕਟ 2 ਦਫਾ ਪੈ ਜਾਂਦਾ। ਅਗਰ ਛੋਟਾ ਜ਼ਿਆਦਾ ਇੱਕ ਜਿਹੜਾ ਪੈਕਟ ਉਹ ਇੱਕ ਦਫਾ ਹੀ ਪੈਂਦਾ, ਤੇ ਉਹ ਤੁਸੀਂ ਪਾ ਲੈਣਾ। ਉਹ ਗੋਡੀ ਕਰਕੇ ਉਹਨਾਂ ਨੂੰ ਤੁਸੀਂ ਨਾ ਉਹ ਅੱਜ ਕੱਲ੍ਹ ਪਾ ਸਕਦੇ ਹੋ। ਤੇ ਮੈਂ ਗੋਬਰ ਦੀ ਖਾਦ ਪਾਵਾਂਗੀ। ਜਿਹੜੇ ਮੇਰੇ ਬਾਕੀ ਪੌਦੇ ਨੇ ਇਹਨਾਂ ਵਾਸਤੇ ਮੈਂ ਸਿਰਫ ਥੱਲੇ ਪੱਤੇ ਲਾਏ ਨੇ। ਪੱਤੇ ਲਾ ਕੇ ਇਹਨਾਂ ਦੇ ਥੱਲੇ ਪੱਤਿਆਂ ਦੇ ਨੇ ਖਾਦ ਕਾਫੀ ਸਾਰੇ ਮੇਰੇ ਪੱਤੇ ਘਰ ਦੇ ਸਨ, ਕਿਉਂਕਿ ਅਸੀਂ ਪਿੰਡ 'ਚ ਰਹਿੰਦੇ ਹਾਂ ਤੇ ਸਾਡਾ ਨਾ ਜਿਹੜਾ ਕੰਮ ਇਹਨਾਂ ਲੱਕੜੀ ਬਾਲਣ ਦਾ ਹੈ ਤੇ ਕਾਫੀ ਸਾਰਾ ਨਾ ਪੱਤੇ ਜਿਹੜੇ ਨਾ ਉਹ ਲੱਕੜੀਆਂ ਦੇ ਨਾਲ ਹੁੰਦੇ ਨੇ ਤੇ ਗਿਰ ਜਾਂਦੇ, ਤੇ ਮੈਂ ਇਕੱਠੇ ਕਰਕੇ ਨਾ ਛੱਤ 'ਤੇ ਰੱਖਦੀ ਰਹਿੰਦੀ ਹਾਂ। ਫਿਰ ਬਾਅਦ 'ਚ ਨਾ ਉਹਨਾਂ ਨੂੰ ਮੈਂ ਇੰਝ ਗਮਲਿਆਂ ਦੇ ਵਿੱਚ ਸ਼ਾਮਲ ਕਰਦੀ ਹਾਂ ਤੇ ਉਹ ਇੱਕ ਕਿਸਮ ਦੀ ਖਾਦ ਦਾ ਕੰਮ ਕਰਦੇ ਨੇ। ਫਿਰ ਮੈਂ ਇਹਨਾਂ ਪੌਦਿਆਂ ਨੂੰ ਨਾ ਇੰਝ ਕਰਕੇ ਇਹਨਾਂ 'ਚ ਸ਼ਿਫਟਿੰਗ ਕੀਤਾ ਕਰਕੇ ਤੇ ਇਹਨਾਂ ਦੀ ਜਿਹੜੀ ਚੀਕਣੀ ਮਿੱਟੀ ਉਹ ਹੁਣ ਨਾ ਕੋਈ ਇਹਦੇ ਵਿੱਚ ਨਿਕਲ ਜਾਏਗੀ। ਪਾਣੀ ਮੈਂ ਨਹੀਂ ਲਗਾਵਾਂਗੀ ਕਿਉਂਕਿ ਬਾਰਿਸ਼ਾਂ ਪਈਆਂ ਨੇ ਤੇ ਪਾਣੀ ਇਹਨਾਂ ਨੂੰ ਅੱਗੇ ਕਾਫੀ ਸਾਰਾ ਮਿਲਿਆ, ਤੇ ਇਸੇ ਵਾਸਤੇ ਨਾ ਮੈਂ ਇਹਨਾਂ ਨੂੰ ਪਾਣੀ ਵਗੈਰਾ ਨਹੀਂ ਲਗਾਵਾਂਗੀ। ਇੰਝ ਪੌਦਿਆਂ ਨੂੰ ਸ਼ਿਫਟਿੰਗ ਕਰ ਲਾਂਗੀ। ਸ਼ਿਫਟਿੰਗ ਕਰਕੇ ਨਾ ਮੇਰੇ ਕਾਫੀ ਸਾਰੇ ਪੌਦੇ ਸਨ। 3-4 ਮੈਂ ਕੱਲ੍ਹ ਕਰ ਲਏ ਸੀ ਤੇ 3-4 ਹੀ ਮੇਰੇ ਰਹਿੰਦੇ ਸੀ ਜਿਹੜੇ ਮੈਂ ਅੱਜ ਕਰਨੇ ਸੀ, ਤੇ 3-4 ਹੀ ਮੈਂ ਅੱਜ ਕਰਨੇ ਸਨ। ਉਹਨਾਂ ਦੇ ਵਿੱਚ ਜਿਹੜਾ ਮੇਰਾ ਮੋਤੀਏ ਦਾ, ਤੁਸੀਂ ਇਹਨੂੰ ਕੀ ਕਹਿੰਦੇ ਮੈਨੂੰ ਨਹੀਂ ਪਤਾ, ਸੀ ਇਹਨੂੰ ਮੋਤੀਏ ਦੀ ਵੇਲ ਕਹਿੰਦੇ ਆ। ਤੇ ਇਹ ਮੋਤੀਏ ਦਾ ਫੁੱਲ ਸੀ, ਬੂਟਾ ਸੀ, ਇਹਨੂੰ ਵੀ ਮੈਂ ਸ਼ਿਫਟਿੰਗ ਕੀਤਾ। ਇੱਕ ਮੇਰੇ ਕੋਲ ਰਾਤ ਦੀ ਰਾਣੀ ਦਾ ਬੂਟਾ ਸੀ, ਉਹਨੂੰ ਸ਼ਿਫਟਿੰਗ ਕੀਤਾ। ਇੱਕ ਕੁਝ ਨੂੰ ਵੈਲਵਟ ਦੇ ਫੁੱਲ ਲੱਗਦੇ ਨੇ, ਮੈਨੂੰ ਬੜਾ ਪਸੰਦ ਹੈ, ਉਹ ਮੈਂ ਲਿਆਈ ਸਾਂ, ਉਹਨੂੰ ਵੀ ਮੈਂ ਸ਼ਿਫਟਿੰਗ ਕੀਤਾ। ਤੇ ਇਸੇ ਤਰ੍ਹਾਂ ਨਾਲ 3 ਪੌਦੇ ਜਿਹੜੇ ਨੇ ਮੈਂ ਅੱਜ ਸ਼ਿਫਟਿੰਗ ਕੀਤੇ। ਇਸ ਪੌਦੇ ਨੇ ਮੈਨੂੰ ਇੰਨਾ ਯਕੀਨ ਮੈਨੂੰ ਤੰਗ ਕੀਤਾ, ਬੜੀ ਮੁਸ਼ਕਲ ਨਾਲ ਪੌਦਾ ਨਿਕਲਿਆ। ਫਿਰ ਅਖੀਰ ਮੈਂ ਪਾਣੀ ਪਾਇਆ ਕਿ ਪਾਣੀ ਪਾਉਣ ਨਾਲ, ਹਾਲਾਂਕਿ ਬਾਰਿਸ਼ ਪਈ ਸੀ, ਮਿੱਟੀ ਗਿੱਲੀ ਸੀ, ਇਹਦੀ ਇੰਨੀ ਕੁ ਚੀਕਣੀ ਮਿੱਟੀ ਸੀ ਕਿ ਇਹ ਆਪਣੇ ਆਪ ਨੂੰ ਛੱਡ ਹੀ ਨਹੀਂ ਸੀ ਰਿਹਾ। ਬੜੀ ਮੁਸ਼ਕਲ ਨਾਲ ਮੈਨੂੰ ਤੇ ਇਹ ਸੀ ਕਿ ਮੇਰਾ ਗਮਲਾ ਵੀ ਟੁੱਟ ਜਾਏਗਾ, ਲੇਕਿਨ ਨਾ ਮੈਂ ਬੜੀ ਮੁਸ਼ਕਲ ਨਾਲ ਇਸ ਪੌਦੇ ਨੂੰ ਇਹਦੇ ਵਿੱਚੋਂ ਕੱਢਿਆ। ਤੇ ਜਦੋਂ ਮੈਂ ਵੇਖਿਆ ਤੇ ਮੈਂ ਆਪ ਹੀ ਹੈਰਾਨ ਹੋ ਗਈ ਕਿ ਇੰਨੀ ਚੀਕਣੀ ਮਿੱਟੀ ਨੇ ਕਿੱਥੋਂ ਨਿਕਲਣਾ ਸੀ। ਤੇ ਫਿਰ ਮੈਂ ਇਹਨੂੰ ਕੱਢ ਕੇ ਫਿਰ ਮੈਂ ਆਪਣੀ ਮਿੱਟੀ ਇਹਦੇ 'ਚ ਸ਼ਾਮਲ ਕੀਤੀ ਹੈ। ਸ਼ਾਮਲ ਕਰਕੇ ਤੇ ਫਿਰ ਮੈਂ ਨਾ ਇਹਨੂੰ ਦੁਬਾਰਾ ਲਗਾਇਆ। ਇਹ ਵੇਖੋ, ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਚੀਕਣੀ ਮਿੱਟੀ ਸੀ, ਤੇ ਇਹਦਾ ਪਾਣੀ ਵੀ ਤੁਸੀਂ ਵੇਖ ਸਕਦੇ ਹੋ। ਫਿਰ ਮੈਂ ਇਹਦੇ ਵਿੱਚ ਥੱਲੇ ਥੋੜ੍ਹੇ ਜਿਹੇ ਪੱਤੇ ਪਾਏ ਨੇ। ਪੱਤੇ ਪਾ ਕੇ ਨਾ ਤੇ ਫਿਰ ਮੈਂ ਇਹਨੂੰ ਨਾ, ਕਿਉਂਕਿ ਗਮਲਾ ਮੈਨੂੰ ਨਾ ਛੋਟਾ ਲੱਗ ਰਿਹਾ ਸੀ ਇਹਦੇ ਹਿਸਾਬ ਨਾਲ, ਕਿਉਂਕਿ ਜਿਹੜੇ ਮਿੱਟੀ ਤੁਸੀਂ ਪਾਓਗੇ ਨਾ ਫਿਰ ਗਮਲੇ ਦੇ ਵਿੱਚ ਨਾ ਜਿਹੜਾ ਉਹ ਉਂਝ ਦੀ ਉਂਝ ਹੀ ਸਮਝੋ
ਉਸ ਮਿੱਟੀ ਅਸੀਂ ਤੇ ਗਾਚੀ ਕਹਿੰਦੇ, ਗਾਚੀ ਮੰਗਣ ਬਣਿਆ ਸੀ ਸਖਤ, ਉਹ ਤੇ ਮਿੱਟੀ ਝਾੜੀ ਨਹੀਂ ਸੀ, ਇੰਨੀ ਚੀਕਣੀ ਮਿੱਟੀ ਸੀ। ਤੇ ਫਿਰ ਉਹਨੂੰ ਵੀ ਵਿੱਚ ਹੀ ਰੱਖਣਾ ਸੀ, ਉੱਤੇ ਹੋਰ ਮਿੱਟੀ ਪਾਉਣੀ ਸੀ, ਤੇ ਫਿਰ ਗਮਲਾ ਛੋਟਾ ਲੱਗ ਰਿਹਾ। ਫਿਰ ਵੀ ਮੈਂ ਸੋਚਿਆ ਨਹੀਂ, ਇਹਨੂੰ ਸ਼ਿਫਟਿੰਗ ਲਾਜ਼ਮੀ ਕਰਾਂਗੀ। ਇਹ ਵੇਖੋ ਤੁਸੀਂ ਤੇ ਕਿਸ ਤਰ੍ਹਾਂ ਇਹ ਚੀਕਣੀ ਮਿੱਟੀ ਹੈ। ਫਿਰ ਵੀ ਮੈਂ ਕਿਹਾ ਇਹਨੂੰ ਸ਼ਿਫਟਿੰਗ ਲਾਜ਼ਮੀ ਕਰਾਂਗੀ ਤਾਂ ਕਿ ਨਾ ਕੁਛ ਦਿਨਾਂ ਵਾਸਤੇ ਇਹਦੀ ਉਮਰ ਵੱਧ ਜਾਵੇ। ਤੇ ਫਿਰ ਜੈਸੇ ਹੀ ਕੋਈ ਨਵਾਂ ਗਮਲਾ ਮੈਂ ਜਾਂ ਮੁੱਲ ਲਿਆਵਾਂਗੀ ਜਾਂ ਖੁਦ ਬਣਾਵਾਂਗੀ ਵੱਡਾ ਸਾਰਾ ਇੱਕ ਗਮਲਾ, ਉਹਦੇ 'ਚ ਇਹਨੂੰ ਸ਼ਿਫਟ ਕਰ ਦਾਂਗੀ। ਤੇ ਮੈਂ ਕਾਫੀ ਸਾਰੇ ਗਮਲੇ ਖੁਦ ਬਣਾਏ ਨੇ ਤੇ ਉਹਨਾਂ ਦੀ ਵੀਡੀਓ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਮੇਰੇ ਇਸੇ ਚੈਨਲ 'ਚ, ਤੇ ਤੁਹਾਨੂੰ ਮਿਲ ਜਾਏਗੀ। ਤੇ ਗਮਲੇ ਮੈਂ ਇਸ ਵਾਸਤੇ ਖੁਦ ਬਣਾਉਂਦੀ ਹਾਂ ਕਿਉਂਕਿ ਮੈਨੂੰ ਹਿਸਾਬ ਹੋ ਜਾਂਦਾ, ਮੈਂ ਆਪਣੇ ਬੂਟੇ ਦੇ ਜੈਸਾ ਆਪਣਾ ਜਿਹੜਾ ਬੂਟਾ ਲਿਆਉਂਦੀ ਉਹਦੇ ਹਿਸਾਬ ਦਾ ਨਾ ਮੈਂ ਗਮਲਾ ਤਿਆਰ ਕਰ ਲੈਂਦੀ ਤੇ ਉਸ ਹਿਸਾਬ ਨਾਲ ਮੈਂ ਇਹਨਾਂ ਨੂੰ ਅੱਗੇ ਪਿੱਛੇ ਕਰ ਲੈਂਦੀ ਹਾਂ। ਮਿੱਟੀ ਫਿਰ ਮੈਨੂੰ ਕੱਢਣੀ ਪਈ ਹੈ ਕਿਉਂਕਿ ਇਹ ਜ਼ਿਆਦਾ ਜਿਹੜਾ ਨਾ ਬਹੁਤ ਜ਼ਿਆਦਾ ਉੱਚਾ ਹੋ ਗਿਆ ਸੀ, ਤੇ ਮੈਂ ਕਿਹਾ ਚਲੋ ਥੋੜੀ ਮਿੱਟੀ ਹੋਰ ਨਾ ਕੱਢ ਲਵਾਂ ਤੇ ਇਹਨਾਂ ਨੂੰ ਥੋੜਾ ਨੀਵਾਂ ਹੋ ਲਵਾਂ। ਇਸੇ ਤਰ੍ਹਾਂ ਨਾ ਜਿਹੜੇ ਪੌਦੇ ਨੇ ਇਹਨਾਂ ਨੂੰ ਵੀ ਨਾ ਬਹੁਤ ਸਾਰਾ ਅਸਰ ਪੈਂਦਾ ਮੌਸਮ ਦਾ, ਭਰ ਗਰਮੀ ਦਾ, ਭਰ ਸਰਦੀ। ਜਿਵੇਂ ਕਿ ਇਨਸਾਨ ਨੂੰ ਗਰਮੀ ਸਰਦੀ ਬਰਦਾਸ਼ਤ ਨਹੀਂ ਕਰਦਾ, ਪੌਦੇ ਵੀ ਬਹੁਤੀ ਸਰਦੀ ਵੀ ਨਹੀਂ ਬਰਦਾਸ਼ਤ ਕਰਦੇ। ਪੌਦੇ ਦਾ ਵੀ ਇਹ ਹਿਸਾਬ ਹੁੰਦਾ ਨਾ, ਜ਼ਿਆਦਾ ਗਰਮੀ ਬਰਦਾਸ਼ਤ ਕਰ ਸਕਦੇ ਨੇ, ਜ਼ਿਆਦਾ ਸਰਦੀ ਬਰਦਾਸ਼ਤ। ਲੇਕਿਨ ਇਹ ਮੌਨਸੂਨ ਦਾ ਮੌਸਮ ਇੱਕ ਐਸਾ ਹੁੰਦਾ ਇਹਦੇ 'ਚ ਜਿਹੜਾ ਪੌਦਾ ਲਗਾਓ, ਜਿਹੜੀ ਕਲਮਕਾਰੀ ਕਰੋ, ਯਕੀਨ ਮੰਨੋ ਹੁੰਦੀ ਹੈ। ਜਿਹੜਾ ਸਬਜ਼ੀ ਦਾ ਬੀਜ ਤੱਕ ਵੀ ਤੁਸੀਂ ਲਗਾ ਦਿਓ ਨਾ, ਉਹ ਵੀ ਹੋ ਜਾਂਦਾ। ਤੇ ਮੈਂ ਵੀ ਨਾ ਇਹਨਾਂ ਨੂੰ ਇੰਝ ਸ਼ਿਫਟਿੰਗ ਕਰਕੇ ਨਾ, ਤੇ ਮੈਂ ਇਹਨੂੰ ਸ਼ਿਫਟ ਕਰਦਿਆਂ ਇੱਕ ਮਿਰਚ ਦਾ ਨਾ ਲੱਭ ਗਈ, ਇੱਕ ਲਾਲ ਸੂਈ ਮਿਰਚ ਦਾ ਬੀਜ ਵੇਖਿਆ ਤੇ ਵਿੱਚੋਂ ਪੱਕਿਆ ਪਿਆ ਸੀ ਤੇ ਲਾਲ ਮਿਰਚ ਸੀ। ਤੇ ਮੈਂ ਕਿਹਾ ਚਲੋ ਇਹਦਾ ਵੀ ਨਾ ਮੈਂ ਬੀਜ ਲਗਾਉਣੀ ਆ। ਇਹ ਮੌਸਮ ਇੰਝ ਦਾ ਕਿ ਇਹਦੇ 'ਚ ਤੁਸੀਂ ਕੋਈ ਵੀ ਬੀਜ ਵੀ ਲਗਾਓ ਉਹ ਵੀ ਉੱਗੇਗਾ, ਜੋ ਪੌਦਾ ਲਗਾਓਗੇ ਉੱਗੇਗਾ, ਤੁਹਾਡਾ ਪੌਦਾ ਖਰਾਬ ਨਹੀਂ, ਤੇ ਤੁਹਾਡਾ ਪੌਦਾ ਨਾ ਜਿਹੜਾ ਉਹ ਖਰਾਬ ਨਹੀਂ ਹੋਏਗਾ। ਕਿਸੇ ਤਰ੍ਹਾਂ ਦੀ ਵੀ ਤੁਸੀਂ ਚੀਜ਼ ਇਸ ਮੌਸਮ 'ਚ ਪੌਦਿਆਂ ਦੇ ਮੁਤਲਕ ਲਗਾ ਸਕਦੇ ਹੋ, ਉਹਨਾਂ ਨੂੰ ਸ਼ਿਫਟਿੰਗ ਕਰ ਸਕਦੇ ਹੋ, ਕੋਈ ਮਸਲਾ ਕੋਈ ਮਸਾਇਲ ਨਹੀਂ ਆਏਗਾ। ਤੇ ਯਕੀਨ ਮੰਨੋ ਕਿ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਕਿ ਮਾਸ਼ਾਅੱਲਾ ਮਾਸ਼ਾਅੱਲਾ ਇੰਨੇ ਸੋਹਣੇ ਪੌਦੇ ਅੱਜ ਕੱਲ੍ਹ ਨਾ ਜਿਹੜੇ ਨਾ ਉਹ ਗਰੋਥ ਉਹਨਾਂ ਦੀ ਹੁੰਦੀ ਹੈ ਹੱਦ ਤੋਂ ਜ਼ਿਆਦਾ। ਕੋਈ ਸਬਜ਼ੀ ਲਗਾ ਲਓ, ਜੋ ਵੀ ਤੁਸੀਂ ਲਗਾਉਣਾ ਚਾਹੋ ਇਸ ਮੌਸਮ 'ਚ ਲਗਾ ਸਕਦੇ ਹੋ। ਇੱਕ ਜ਼ਿਆਦਾਤਰ ਤੁਸੀਂ ਭਰ ਸਰਦੀ 'ਚ ਕੋਈ ਪੌਦਾ ਨਹੀਂ ਲਗਾਉਣਾ, ਉਹਨਾਂ ਦੀ ਸ਼ਿਫਟਿੰਗ ਵਗੈਰਾ ਨਹੀਂ ਕਰਨੀ, ਉਹਨਾਂ ਨੂੰ ਖਾਦ ਨਹੀਂ ਦੇਣੀ, ਉਹਨਾਂ ਨੂੰ ਪਾਣੀ ਦੇਣਾ ਸਿਰਫ। ਤੇ ਇੱਕ ਭਰ ਸਰਦੀ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਇਹਨਾਂ 2 ਮਹੀਨਿਆਂ ਦੇ ਵਿੱਚ ਨਾ ਤੁਸੀਂ ਨਹੀਂ ਲਗਾਉਣਾ ਕੋਈ ਪੌਦਾ, ਨਹੀਂ ਤੁਸੀਂ ਕਰਨਾ। ਜਿਹੜੇ ਪੁਰਾਣੇ ਆ ਨਾ ਦੁਆ ਕਰੋ ਕਿ ਤੁਹਾਡੇ ਉਹੀ ਭਰ ਗਰਮੀ 'ਚ ਬਚ ਜਾਣ, ਤੇ ਬੜੀ ਗੱਲ ਹੈ। ਤੇ ਇਸੇ ਤਰ੍ਹਾਂ ਦੀ ਮਾਲੂਮਾਤੀ ਵੀਡੀਓ ਅਗਰ ਤੁਹਾਨੂੰ ਚਾਹੀਦੀ ਹੈ, ਅਗਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਮਾਲੂਮਾਤੀ ਵੀਡੀਓ ਮਿਲਦੀਆਂ ਰਹਿਣ, ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਅੱਗੇ ਤੇ ਅੱਗੇ ਲਾਜ਼ਮੀ ਸ਼ੇਅਰ ਕਰਿਆ ਕਰੋ ਤੇ ਲਾਈਕ ਲਾਜ਼ਮੀ ਕਰ ਦਿਆ ਕਰੋ, ਇਹਦੇ ਨਾਲ ਹੌਸਲਾ ਅਫਜ਼ਾਈ ਵਧੀ ਰਹਿੰਦੀ ਹੈ। ਤੇ ਵੀਡੀਓ ਨੂੰ ਅੱਗੇ ਤੇ ਅੱਗੇ ਸ਼ੇਅਰ ਇਸ ਵਾਸਤੇ ਕਹਿ ਰਹੀ ਹਾਂ ਤਾਂ ਕਿ ਮੇਰੀ ਮਾਲੂਮਾਤ ਨਾਲ ਜਾਂ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਦਾ ਵੀ ਕੋਈ ਪੌਦਾ ਬਚ ਜਾਵੇ ਤੇ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ। ਤੇ ਵੀਡੀਓ ਨੂੰ ਸਦਕਾ ਜਾਰੀਆ ਸਮਝ ਕੇ ਅੱਗੇ ਸ਼ੇਅਰ ਕਰਿਓ ਤੇ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ।